ਪੰਜਾਬੀ ਲੇਖਕ ਮੰਚ ਵੈਨਕੂਵਰ ਸਿਰਜਣਾ ਦੇ 50 ਵਰੇ 1973 ਤੋਂ 2023। ਕੁਝ ਜਥੇਬੰਦਕ ਅਤੇ ਸਾਰਥਕ ਢੰਗ ਨਾਲ ਪੰਜਾਬੀ ਸਾਹਿਤ ਸੇਵਾ ਵਿੱਚ ਆਪਣਾ ਹਿੱਸਾ ਪਾਉਣ ਦੇ ਆਸ਼ੇ ਨਾਲ ਗ੍ਰੇਟਰ ਵੈਨਕੂਵਰ ਦੇ ਪੰਜਾਬੀ ਰਸੀਆਂ ਨੇ 27 ਜੁਲਾਈ 1973 ਨੂੰ ਮਾਊਂਟ ਪਲੇਜ਼ੈਂਟ ਇਨਫੋਰਮੇਸ਼ਨ ਸੈਂਟਰ ਵੈਨਕੂਵਰ ਵਿੱਚ ਸ਼ਾਮ ਦੇ 7:30 ਵਜੇ ਇੱਕ ਅਹਿਮ ਮੀਟਿੰਗ ਬੁਲਾਈ। 30 ਦੇ ਕਰੀਬ ਸਾਹਿਤ ਰਸੀਆਂ ਨੂੰ ਫੋਨ ਕੀਤੇ ਗਏ, ਪਰ ਹਾਜ਼ਰ ਕੇਵਲ 18 ਸਾਹਿਤ ਪ੍ਰੇਮੀ ਹੀ ਹੋ ਸਕੇ, ਜਿਨ੍ਹਾਂ ਵਿੱਚ ਗੁਰਚਰਨ ਰਾਮਪੁਰੀ, ਪ੍ਰੋਫੈਸਰ ਜਰਨੈਲ ਸਿੰਘ ਗਿੱਲ ਮੋਰਾਂਵਾਲੀ, ਅਮਰਜੀਤ ਚਾਹਲ, ਸਾਧੂ ਬਨਿੰਗ, ਕਰਨੈਲ ਸਿੰਘ ਮਾਨ, ਕਰਮ ਸਿੰਘ, ਦਿਲਜੀਤ ਸਿੰਘ ਤੂਰ, ਸੋਹਣ ਸੰਘਾ, ਜਗਦੀਸ਼ ਸਰਾਂ, ਰਮੇਸ਼ ਸਿੰਘਲ, ਜਸਜੀਤ ਸੰਧੂ, ਹਰਬੰਸ ਸਲ, ਕੋਮਲ ਸਿੰਘ ਮਾਹਲ, ਚਰਨਜੀਤ ਸਿੱਧੂ, ਮਹਿੰਦਰ ਸੂਮਲ, ਪਾਲ ਬਨਿੰਗ ਤੇ ਸੁਰਿੰਦਰ ਧੰਜਲ ਦੇ ਨਾਮ ਸ਼ਾਮਲ ਸਨ। ਸਰਬਸੰਮਤੀ ਨਾਲ ਜਥੇਬੰਦੀ ਦਾ ਨਾਮ ਅੰਗਰੇਜ਼ੀ ਭਾਸ਼ਾ ਵਿੱਚ ਪੰਜਾਬੀ ਲਿਟਰੇਰੀ ਐਸੋਸੀਏਸ਼ਨ ਇਸ ਖਿਆਲ ਨਾਲ ਰੱਖਿਆ ਗਿਆ ਕਿ ਜਥੇਬੰਦੀ ਦੀਆਂ ਸਾਹਿਤਕ ਸਰਗਰਮੀਆਂ ਦੇ ਨਾਮ ਜਦੋਂ ਇੱਥੇ ਛਪਦੇ ਗੈਰ ਪੰਜਾਬੀ ਪਰਚਿਆਂ ਵਿੱਚ ਛਪਵਾਏ ਜਾਣ ਤਾਂ ਉਹਨਾਂ ਪਰਚਿਆਂ ਦੇ ਪਾਠਕ ਵੀ ਜਥੇਬੰਦੀ ਬਾਰੇ ਜਾਣੂ ਹੋ ਸਕਣ। ਅਹਿਮ ਫੈਸਲਾ ਇਹ ਹੋਇਆ ਕਿ ਗ੍ਰੇਟਰ ਵੈਨਕੂਵਰ ਦੇ ਸਾਰੇ ਸਾਹਿਤ ਰਸੀਆਂ ਨੂੰ ਇੱਕ ਲੜੀ ਵਿੱਚ ਪਰੋਇਆ ਜਾਵੇ ਤੇ ਫਿਰ ਬਕਾਇਦਾ ਚੋਣ ਕਰਕੇ ਮੰਜ਼ਿਲ ਵੱਲ ਵਧਿਆ ਜਾਵੇ। ਸਰਬਸੰਮਤੀ ਨਾਲ ਉਨੀ ਦੇਰ ਲਈ ਇੱਕ ਕੰਮ ਚਲਾਊ ਕਮੇਟੀ ਚੁਣ ਲਈ ਗਈ, ਜਿਸ ਵਿੱਚ ਪ੍ਰਧਾਨ ਗੁਰਚਰਨ ਰਾਮਪੁਰੀ, ਮੀਤ ਪ੍ਰਧਾਨ ਗਿੱਲ ਮੋਰਾਂਵਾਲੀ, ਜਨਰਲ ਸਕੱਤਰ ਸੁਰਿੰਦਰ ਧੰਜਲ, ਪ੍ਰਚਾਰ ਸਕੱਤਰ ਪ੍ਰੋਫੈਸਰ ਜਰਨੈਲ ਸਿੰਘ, ਅਰਥ ਸਕੱਤਰ ਸਾਧੂ ਸਿੰਘ, ਐਗਜ਼ੈਕਟਿਵ ਮੈਂਬਰ ਕਰਮ ਸਿੰਘ ਅਤੇ ਦਿਲਜੀਤ ਤੂਰ ਹੋਰਾਂ ਨੂੰ ਸ਼ਾਮਲ ਕੀਤਾ ਗਿਆ। ਮੀਟਿੰਗ ਤੋਂ ਬਾਅਦ ਜਨਰਲ ਸਕੱਤਰ ਸੁਰਿੰਦਰ ਧੰਜਲ ਵੱਲੋਂ ਇੱਕ ਰਿਪੋਰਟ ਪ੍ਰੈਸ ਨੂੰ ਭੇਜੀ ਗਈ, ਜਿਸ ਵਿੱਚ ਕਿਹਾ ਗਿਆ ਜਥੇਬੰਦੀ ਦੇ ਮੁੱਖ ਨਿਸ਼ਾਨਿਆਂ ਵਿੱਚ ਇਹ ਵੀ ਸ਼ਾਮਲ ਹੈ ਕਿ ਗਦਰ ਲਹਿਰ ਤੇ ਕਾਮਾਗਾਟਾ ਮਾਰੂ ਜਹਾਜ਼ ਨਾਲ ਸੰਬੰਧਿਤ ਅਨਮੋਲ ਪੰਜਾਬੀ ਸਾਹਿਤ ਅਤੇ ਇਤਿਹਾਸ ਨੂੰ ਪ੍ਰਮਾਣਿਕ ਰੂਪ ਵਿੱਚ ਖੋਜਿਆ ਤੇ ਪ੍ਰਕਾਸ਼ਿਤ ਕੀਤਾ ਜਾਵੇ। ਕੈਨੇਡਾ ਦੇ ਪੰਜਾਬੀ ਸਾਹਿਤ ਰਸੀਆਂ ਨੂੰ ਖੁੱਲ੍ਹਾ ਸੱਦਾ ਪੱਤਰ ਦਿੱਤਾ ਗਿਆ ਕਿ ਉਹ ਜਥੇਬੰਦੀ ਨਾਲ ਸੰਪਰਕ ਪੈਦਾ ਕਰਨ ਤਾਂ ਕਿ ਸੰਵਿਧਾਨ ਨੂੰ ਛੇਤੀ ਤੋਂ ਛੇਤੀ ਅੰਤਮ ਰੂਪ ਦੇ ਕੇ ਤੇ ਬਕਾਇਦਾ ਚੋਣ ਕਰਕੇ ਨਿੱਘਰ ਤੇ ਉਸਾਰੂ ਸਾਹਿਤਕ ਮਾਹੌਲ ਪੈਦਾ ਕੀਤਾ ਜਾ ਸਕੇ। ਇਹ ਰਿਪੋਰਟ ਵੈਨਕੂਵਰ ਤੋਂ ਨਿਕਲਦੇ ਸਾਹਿਤਕ ਮੈਗਜ਼ੀਨ ਵਤਨੋਂ ਦੂਰ ਦੇ ਸਤੰਬਰ 1973 ਦੇ ਅੰਕ ਵਿੱਚ ਛਪੀ। ਪੰਜਾਬੀ ਲੇਖਕ ਮੰਚ ਦੇ ਮੈਂਬਰਾਂ ਨੇ ਪੰਜਾਬੀ ਸਾਹਿਤ ਰਚਨਾ ਤੇ ਪ੍ਰਕਾਸ਼ਨਾਂ ਤੋਂ ਅੱਗੇ ਵਧ ਕੇ ਕੈਨੇਡਾ ਦੇ ਮੁੱਖ ਧਾਰਾ ਸਾਹਿਤ ਵਿੱਚ ਵੀ ਸਰਗਰਮ ਰੋਲ ਅਦਾ ਕੀਤਾ। ਮੰਚ ਦੀ ਮੈਂਬਰ ਸੁਰਜੀਤ ਕਲਸੀ ਪਹਿਲੀ ਪੰਜਾਬੀ ਵਿਦਿਆਰਥਣ ਸੀ ਜਿਸ ਨੇ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਕ੍ਰੀਏਟਿਵ ਰਾਈਟਿੰਗ ਵਿਭਾਗ ਤੋਂ MA ਦੀ ਡਿਗਰੀ ਪ੍ਰਾਪਤ ਕੀਤੀ ਅਤੇ BC ਦੇ ਮੁੱਖ ਧਾਰਾ ਅੰਗਰੇਜ਼ੀ ਲੇਖਕਾਂ ਨੂੰ ਪੰਜਾਬੀ ਸਾਹਿਤ ਤੋਂ ਜਾਣੂ ਕਰਵਾਇਆ। ਉਸਨੇ ਪਹਿਲੀ ਵਾਰ ਪੰਜਾਬੀ ਦੇ 55 ਕਵੀਆਂ ਨੂੰ ਅੰਗਰੇਜ਼ੀ ਵਿੱਚ ਅਨੁਵਾਦ ਕਰਕੇ ਗਲਿੰਪਸਸ ਆਫ 20th ਸੈਂਚੁਰੀ ਪੰਜਾਬੀ ਪੋਇਟਰੀ ਪੁਸਤਕ ਪ੍ਰਕਾਸ਼ਿਤ ਕੀਤੀ। ਮੰਚ ਦੇ ਮੈਂਬਰਾਂ ਸੁਸ਼ੀਲ ਕੌਰ, ਸਾਧੂ ਬਨਿੰਗ, ਉਜਲ ਦੁਸਾਂਝ, ਸੁਰਜੀਤ ਕਲਸੀ, ਅਜਮੇਰ ਰੋਡੇ, ਜਰਨੈਲ ਸਿੰਘ ਆਰਟਿਸਟ, ਗੁਰਚਰਨ ਰਾਮਪੁਰੀ, ਦਰਸ਼ਨ ਗਿੱਲ, ਜਸਵੀਰ ਮਾਲ, ਮੰਗਾ ਬਾਸੀ, ਹਰਪ੍ਰੀਤ ਸੇਖਾ, ਗਿਆਨੀ ਕੇਸਰ ਸਿੰਘ, ਫੌਜ਼ੀਆ ਰਫੀਕ, ਹਰਜੀਤ ਦੌਧਰੀਆ, ਬਲਦੇਵ ਦੂੜੇ, ਹਰੀ ਸਿੰਘ ਤਾਤਲਾ ਦੀਆਂ 30 ਤੋਂ ਵੱਧ ਪੁਸਤਕਾਂ ਅੰਗਰੇਜ਼ੀ ਵਿੱਚ ਪ੍ਰਕਾਸ਼ਿਤ ਹੋਈਆਂ। ਸਾਧੂ ਬਨਿੰਗ ਦੀ ਕਵਿਤਾ ਵੈਲਕਮ ਲਿਟਰੇਰੀ ਲੈਂਡਸਕੇਪ ਪ੍ਰੋਜੈਕਟ ਦੇ ਅਧੀਨ ਕੈਨੇਡਾ ਦੇ 22 ਮੁੱਖ ਧਾਰਾ ਲੇਖਕਾਂ ਵਿੱਚ ਸ਼ਾਮਿਲ ਕੀਤੀ ਗਈ, ਜਿਨ੍ਹਾਂ ਨੂੰ ਵੈਨਕੂਵਰ ਦੇ ਕੁਝ ਸੜਕ ਚੁਰਸਤਿਆਂ ਤੇ ਪ੍ਰਦਰਸ਼ਿਤ ਕੀਤਾ ਗਿਆ। ਅਜਮੇਰ ਰੋਡੇ ਦੀ ਕਵਿਤਾ ਸਟ੍ਰੋਲ ਇਨ ਅ ਪ੍ਰੈਕਟਿਸ 8 ਅੰਤਰਰਾਸ਼ਟਰੀ ਕਵਿਤਾਵਾਂ ਵਿੱਚ ਸ਼ਾਮਲ ਕੀਤੀ ਗਈ, ਜਿਨ੍ਹਾਂ ਨੂੰ ਕਾਂਸੀ ਦੇ ਅੱਖਰਾਂ ਵਿੱਚ ਸਿਆਟਲ ਦੀ ਇੱਕ ਅਹਿਮ ਪਬਲਿਕ ਵਾਲ ਤੇ ਜੜਿਆ ਗਿਆ। ਉਸ ਦੀ ਕਵਿਤਾ ਮਸਟਰਡ ਫਲਾਵਰਸ ਅਮਰੀਕਾ ਦੇ ਹਾਇਰ ਸੈਕੰਡਰੀ ਸਕੂਲਾਂ ਦੇ ਸਿਲੇਬਸ ਵਿੱਚ ਸ਼ਾਮਲ ਕੀਤੀ ਗਈ। ਮੰਚ ਦੇ ਮੈਂਬਰ ਅੰਗਰੇਜ਼ੀ ਸਾਹਿਤਕ ਜਥੇਬੰਦੀਆਂ ਦੇ ਵੀ ਮੈਂਬਰ ਰਹੇ ਨੇ। ਗੁਰਚਰਨ ਰਾਮਪੁਰੀ, ਸਾਧੂ ਬਨਿੰਗ, ਨਦੀਮ ਪਰਮਾਰ, ਸੁਰਜੀਤ ਕਲਸੀ, ਅਜਮੇਰ ਰੋਡੇ, ਸੁਰਿੰਦਰ ਧੰਜਲ ਕੈਨੇਡਾ ਦੀ ਪ੍ਰਮੁੱਖ ਸਾਹਿਤਕ ਜਥੇਬੰਦੀ ਦਾ ਰਾਈਟਰਜ਼ ਯੂਨੀਅਨ ਆਫ ਕੈਨੇਡਾ ਦੇ ਮੈਂਬਰ ਬਣੇ। ਨਦੀਮ ਪਰਮਾਰ, ਸਾਧੂ ਬਨਿੰਗ ਅਤੇ ਅਜਮੇਰ ਰੋਡੇ ਯੂਨੀਅਨ ਦੀ ਰੇਸ਼ਲ ਮਾਈਨੋਰਿਟੀ ਰਾਈਟਰਜ਼ ਕਮੇਟੀ ਦੇ ਚੇਅਰ ਵੀ ਰਹੇ। ਅਜਮੇਰ ਰੋਡੇ ਜੀ 1992-93 ਵਿੱਚ ਰਾਈਟਰਜ਼ ਯੂਨੀਅਨ ਆਫ ਕੈਨੇਡਾ ਦੀ ਨੈਸ਼ਨਲ ਕਾਉਂਸਲ ਦੇ ਮੈਂਬਰ ਬਣੇ ਅਤੇ ਉਹ 1994-95 ਵਿੱਚ ਯੂਨੀਅਨ ਦੀ BC ਯੂਕਰਾਨ ਬ੍ਰਾਂਚ ਦੇ ਪ੍ਰਧਾਨ ਵੀ ਰਹੇ। ਉਹਨਾਂ ਨੇ ਯੂਨੀਅਨ ਵਿੱਚ ਆਦਿਵਾਸੀ ਲੇਖਕਾ ਲੈਨੋਰ ਕੀਸ਼ਿੰਗ ਟਬਾਇਸ ਅਤੇ ਕੈਨੇਡਾ ਦੀ ਸ਼੍ਰੋਮਣੀ ਲੇਖਕਾ ਮਾਰਗਰੇਟ ਐਟਵੁੱਡ ਨਾਲ ਮਿਲ ਕੇ ਆਦਿਵਾਸੀ ਕਲਾਕਾਰਾਂ ਅਤੇ ਲੇਖਕਾਂ ਦੇ ਹੱਕ ਵਿੱਚ ਕਲਚਰਲ ਐਪਰੋਪ੍ਰੀਏਸ਼ਨ ਨਾਲ ਸੰਬੰਧਿਤ ਮਤਾ ਤਿਆਰ ਕੀਤਾ ਅਤੇ 1992 ਦੀ ਵਾਰਸ਼ਿਕ ਕਾਨਫਰੰਸ ਵਿੱਚ ਪਾਸ ਕਰਵਾਇਆ। ਉਹਨਾਂ ਨੇ ਰਾਈਟਰਜ਼ ਯੂਨੀਅਨ ਵੱਲੋਂ ਕੀਤੀ ਕ੍ਰਾਸ ਕਲਚਰਲ ਰਾਈਟਿੰਗ ਵਰਕਸ਼ਾਪ ਨੂੰ ਮੋਡਰੇਟ ਵੀ ਕੀਤਾ। ਮੰਚ ਦੇ ਮੈਂਬਰਾਂ ਨੇ ਦਾ ਰਾਈਟਰਜ਼ ਯੂਨੀਅਨ ਆਫ ਕੈਨੇਡਾ ਵੱਲੋਂ ਕੀਤੀਆਂ 2 ਅਹਿਮ ਕਾਨਫਰੰਸਾਂ ਦਾ ਐਪਰੋਪ੍ਰੀਏਟ ਵੌਇਸ ਅਤੇ ਰਾਈਟਿੰਗ ਥਰੂ ਰੇਸ ਨੂੰ ਆਯੋਜਿਤ ਕਰਨ ਵਿੱਚ ਹਿੱਸਾ ਲਿਆ।
ਅਜਮੇਰ ਰੋਡੇ ਲੇਖਕਾਂ ਨੂੰ ਗ੍ਰਾਂਟਾਂ ਪ੍ਰਦਾਨ ਕਰਨ ਵਾਲੀ ਕੈਨੇਡਾ ਕਾਉਂਸਲ ਜਿਊਰੀ ਦੇ ਮੈਂਬਰ ਰਹੇ ਅਤੇ ਸਾਧੂ ਬਿਨਿੰਗ ਤੇ ਅਜਮੇਰ ਰੋਡੇ BC ਆਰਟਸ ਕਾਉਂਸਲ ਦੀ ਜਿਊਰੀ ਦੇ ਮੈਂਬਰ ਵੀ ਬਣੇ। 1980 ਵਿੱਚ ਸੰਪਾਦਿਤ ਅਤੇ ਪ੍ਰਕਾਸ਼ਿਤ ਕੀਤੀ ਪੰਜਾਬੀ ਲਿਟਰੇਰੀ ਐਸੋਸੀਏਸ਼ਨ ਵੱਲੋਂ ਕੈਨੇਡਾ ਦੇ ਪੰਜਾਬੀ ਕਵੀਆਂ ਦੀਆਂ ਕਵਿਤਾਵਾਂ ਦੀ ਪਹਿਲੀ ਪੁਸਤਕ ਹੈ। ਇਸ ਪੁਸਤਕ ਵਿੱਚ ਕੈਨੇਡਾ ਦੇ 27 ਕਵੀਆਂ ਦੀਆਂ ਕਵਿਤਾਵਾਂ ਸ਼ਾਮਲ ਹਨ ਤੇ ਇਸ ਪੁਸਤਕ ਨੂੰ ਨਾਨਕ ਸਿੰਘ ਪੁਸਤਕ ਮਾਲਾ ਦੇ ਮਾਲਕ ਕੁਲਬੀਰ ਸੁਰੀ ਨੇ ਪ੍ਰਕਾਸ਼ਿਤ ਕੀਤਾ ਸੀ। ਕੈਨੇਡਾ ਵਿੱਚ ਪੰਜਾਬੀ ਕਵਿਤਾ ਦੇ ਮੁੱਖ ਬੰਦ ਵਿੱਚ ਇਸ ਕਿਤਾਬ ਦੀ ਪ੍ਰਕਾਸ਼ਨਾ ਬਾਰੇ ਅਜਮੇਰ ਰੋਡੇ ਜੀ ਨੇ ਲਿਖਿਆ ਸੀ। ਸਮਕਾਲੀ ਪੰਜਾਬੀ ਕਵਿਤਾ ਵਿਸ਼ਵ ਦੇ ਕਈ ਦੇਸ਼ਾਂ ਵਿੱਚ ਰਚੀ ਜਾ ਰਹੀ ਹੈ। ਆਪਣੇ ਮੂਲ ਸੋਮੇ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਦੀ ਸੀਮਾ ਤੋਂ ਪਾਰ ਅੱਜ ਕੈਨੇਡਾ, ਇੰਗਲੈਂਡ ਅਤੇ ਹੋਰ ਕਈ ਧਰਤੀਆਂ ਉੱਤੇ ਵਿਕਸਿਤ ਹੋ ਰਹੀ ਹੈ, ਜਿਸ ਦੇ ਫਲਸਰੂਪ ਇਸ ਵਿੱਚੋਂ ਅੰਤਰਰਾਸ਼ਟਰੀ ਚਿੰਤਨ ਦੀ ਝਲਕ ਪੈਣ ਲੱਗੀ ਹੈ। ਇਹ ਚਿੰਤਨ ਉਸ ਅੰਤਰਰਾਸ਼ਟਰੀ ਚਿੰਤਨ ਨਾਲੋਂ ਵੱਖਰਾ ਹੈ ਜੋ ਪੰਜਾਬੀ ਲਿਖਤਾਂ ਵਿੱਚ ਕਦੀ-ਕਦੀ ਵਿਦੇਸ਼ੀ ਸਾਹਿਤਕ ਲਹਿਰਾਂ ਦੇ ਪ੍ਰਭਾਵ ਹੇਠ ਆਉਂਦਾ ਰਿਹਾ ਹੈ। ਹੁਣ ਵਾਲਾ ਅੰਤਰਰਾਸ਼ਟਰੀ ਚਿੰਤਨ ਤਾਂ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਲੇਖਕਾਂ ਦੇ ਆਪਣੇ ਤਨਾ-ਮਨਾਂ ਉੱਤੇ ਹੰਢਾਏ ਤਜਰਬੇ, ਅਨੁਭਵਾਂ ਤੇ ਉਹਨਾਂ ਵਿੱਚੋਂ ਰਚੀਆਂ ਲਿਖਤਾਂ ਸਦਕਾ ਹੈ। ਇਸ ਤੱਥ ਨੇ ਪੰਜਾਬੀ ਕਵਿਤਾ ਤੇ ਪੰਜਾਬੀ ਸਾਹਿਤ ਨੂੰ ਇੱਕ ਨਵਾਂ ਮੋੜ ਦਿੱਤਾ ਹੈ। ਕੈਨੇਡਾ ਵਿੱਚ ਲਿਖੀ ਜਾ ਰਹੀ ਕਵਿਤਾ ਨੂੰ ਮੁੱਖ ਤੌਰ ਤੇ 3 ਸ਼੍ਰੇਣੀਆਂ ਵਿੱਚ ਵੰਡਿਆ ਜਾ ਸਕਦਾ ਹੈ। ਪਹਿਲੀ ਸ਼੍ਰੇਣੀ ਵਿੱਚ ਉਹ ਲਿਖਤਾਂ ਹਨ ਜਿਨ੍ਹਾਂ ਦੇ ਲੇਖਕਾਂ ਨੇ ਕੈਨੇਡੀਅਨ ਸਮਾਜ ਨਾਲ ਆਪਣੇ ਸਿੱਧੇ ਪ੍ਰਤੀਕਰਮ ਕਵਿਤਾਵਾਂ ਰਾਹੀਂ ਪ੍ਰਗਟਾਏ ਹਨ। ਇਹਨਾਂ ਕਵਿਤਾਵਾਂ ਵਿੱਚ ਅਕਸਰ ਰੰਗ, ਨਸਲੀ ਅਤੇ ਕੌਮੀ ਵਿਤਕਰੇ ਵਿਰੁੱਧ ਰੋਹ ਅਤੇ ਗੁੱਸੇ ਤੇ ਇਸੇ ਤਰ੍ਹਾਂ ਦੇ ਹੋਰ ਵਿਸ਼ੇ ਹਨ। ਦੂਜੀ ਸ਼੍ਰੇਣੀ ਵਿੱਚ ਉਹ ਲਿਖਤਾਂ ਹਨ ਜਿਨ੍ਹਾਂ ਦੇ ਲੇਖਕਾਂ ਨੇ ਕੈਨੇਡਾ ਦੇ ਵਿਗਿਆਨਕ, ਸਮਾਜਿਕ ਅਤੇ ਪਦਾਰਥਵਾਦੀ ਮਨੁੱਖੀ ਰਿਸ਼ਤਿਆਂ ਨੂੰ ਡੂੰਘਾਈ ਨਾਲ ਵੇਖਿਆ ਹੈ, ਇੱਥੋਂ ਦੀਆਂ ਕਦਰਾਂ ਕੀਮਤਾਂ ਨੂੰ ਆਪਣੇ ਅੰਦਰ ਜਜ਼ਬ ਕੀਤਾ ਹੈ ਤੇ ਫਿਰ ਉਸ ਪ੍ਰਿਸ਼ਠਭੂਮੀ ਵਿੱਚੋਂ ਲਿਖਿਆ ਹੈ। ਤੀਜੀ ਸ਼੍ਰੇਣੀ ਵਿੱਚ ਪ੍ਰੋਗਰੈਸਿਵ ਵਿਸ਼ਿਆਂ ਉੱਤੇ ਲਿਖੀਆਂ ਜਾ ਰਹੀਆਂ ਕਵਿਤਾਵਾਂ ਹਨ। ਕੈਨੇਡਾ ਪਹੁੰਚ ਕੇ ਭਾਰਤ ਦੀ ਆਰਥਿਕ ਦਸ਼ਾ ਹੋਰ ਵੀ ਨਿੱਘਰੀ ਮਹਿਸੂਸ ਹੋਣ ਲੱਗਦੀ ਹੈ ਤੇ ਜਨਮ ਭੂਮੀ ਪ੍ਰਤੀ ਜਜ਼ਬੇ ਹੋਰ ਤਿੱਖੇ ਵੇਗ ਨਾਲ ਉੱਠਦੇ ਹਨ, ਜਿਸ ਦੇ ਫਲਸਰੂਪ ਇਹਨਾਂ ਕਵਿਤਾਵਾਂ ਵਿੱਚ ਵਿਸ਼ੇ ਅਤੇ ਵਿਧੀਆਂ ਪੰਜਾਬ ਵਾਲੇ ਹੀ ਰਹਿੰਦੇ ਹਨ। ਕੁਝ ਕਵਿਤਾਵਾਂ ਅਜਿਹੀਆਂ ਵੀ ਹਨ ਜਿਨ੍ਹਾਂ ਵਿੱਚੋਂ ਸਭ ਸ਼੍ਰੇਣੀਆਂ ਰਲ-ਕੱਢ ਹਨ। ਸਮੁੱਚੇ ਤੌਰ ਤੇ ਇਸ ਪੁਸਤਕ ਵਿੱਚੋਂ ਕੈਨੇਡੀਅਨ ਵਾਤਾਵਰਣ ਦਾ ਪ੍ਰਭਾਵ ਉੱਭਰਦਾ ਹੈ। ਪੰਜਾਬੀ ਲੇਖਕ ਮੰਚ ਵੈਨਕੂਵਰ ਅਤੇ ਇਸ ਨਾਲ ਜੁੜੇ ਵੱਡੀ ਗਿਣਤੀ ਵਿੱਚ ਪੰਜਾਬੀ ਲੇਖਕਾਂ ਨੇ ਪਿਛਲੇ 50 ਵਰ੍ਹਿਆਂ ਦੌਰਾਨ ਕਵਿਤਾ, ਕਹਾਣੀ, ਨਾਵਲ, ਨਾਟਕ, ਵਾਰਤਕ ਆਦਿ ਸਾਹਿਤ ਦੇ ਸਾਰੇ ਖੇਤਰਾਂ ਵਿੱਚ ਵੱਡੀ ਗਿਣਤੀ ਵਿੱਚ ਸਿਰਜਣਾ ਕੀਤੀ ਹੈ ਅਤੇ ਕਰ ਰਹੇ ਨੇ। ਲੇਖਕ ਮੰਚ ਦੇ ਮੈਂਬਰਾਂ ਦੇ ਸਾਹਿਤ ਨੂੰ ਸਾਂਭਣ ਲਈ ਪੰਜਾਬੀ ਲੇਖਕ ਮੰਚ ਨੇ ਅੱਧੀ ਦਰਜਨ ਤੋਂ ਉੱਪਰ ਸੰਪਾਦਿਤ ਪੁਸਤਕਾਂ ਛਾਪੀਆਂ ਹਨ, ਪਰ ਲੇਖਕ ਮੰਚ ਨਾਲ ਜੁੜੇ ਲੇਖਕਾਂ ਦੀ ਸਿਰਜਣਾ ਦੀ ਅਸਲੀ ਤਸਵੀਰ ਉਹਨਾਂ ਵੱਲੋਂ ਸਾਹਿਤ ਦੀਆਂ ਵੱਖ-ਵੱਖ ਵੰਨਗੀਆਂ ਵਿੱਚ ਖੁਦ ਪ੍ਰਕਾਸ਼ਿਤ ਕੀਤੀਆਂ ਕਿਤਾਬਾਂ ਤੋਂ ਮਿਲਦੀ ਹੈ। ਲੇਖਕ ਮੰਚ ਨਾਲ ਜੁੜੇ ਲੇਖਾਂ ਵਿੱਚੋਂ 60 ਦੇ ਕਰੀਬ ਲੇਖਕਾਂ ਦੀਆਂ ਪੁਸਤਕਾਂ ਪ੍ਰਕਾਸ਼ਿਤ ਹੋ ਚੁੱਕੀਆਂ ਹਨ, ਜਿਨ੍ਹਾਂ ਦੀ ਗਿਣਤੀ 400 ਦੇ ਨੇੜੇ-ਤੇੜੇ ਹੈ। ਇਹਨਾਂ ਪੁਸਤਕਾਂ ਵਿੱਚੋਂ ਬਹੁ ਗਿਣਤੀ ਪੁਸਤਕਾਂ ਦੇ ਵਿਸ਼ੇ ਕੈਨੇਡਾ ਵਿੱਚ ਪੰਜਾਬੀਆਂ ਦੇ ਜੀਵਨ ਨਾਲ ਸੰਬੰਧਿਤ ਨੇ। ਇਹਨਾਂ ਪੁਸਤਕਾਂ ਦੇ ਲੇਖਕਾਂ ਨੇ ਕੈਨੇਡਾ ਵਿਚਲੇ ਪੰਜਾਬੀਆਂ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਵੱਖ-ਵੱਖ ਨਜ਼ਰੀਏ ਤੋਂ ਪੇਸ਼ ਕੀਤਾ ਹੈ। ਇਸ ਤਰ੍ਹਾਂ ਇਹਨਾਂ ਪੁਸਤਕਾਂ ਨੇ ਕੈਨੇਡਾ ਵਿੱਚ ਪੰਜਾਬੀਆਂ ਦੇ ਸਮਾਜਿਕ ਇਤਿਹਾਸ ਨੂੰ ਸਾਂਭਣ ਵਿੱਚ ਮਹੱਤਵਪੂਰਨ ਯੋਗਦਾਨ ਪਾਇਆ ਹੈ। ਮੰਚ ਨਾਲ ਜੁੜੇ ਕਈ ਲੇਖਕਾਂ ਦੀਆਂ ਪੁਸਤਕਾਂ ਅੰਗਰੇਜ਼ੀ ਅਤੇ ਹਿੰਦੀ ਵਿੱਚ ਵੀ ਛਪੀਆਂ ਹਨ ਅਤੇ ਇਹਨਾਂ ਵਿੱਚੋਂ ਬਹੁਤ ਸਾਰੀਆਂ ਸ਼ਾਹਮੁਖੀ ਲਿਪੀ ਵਿੱਚ ਵੀ ਪ੍ਰਕਾਸ਼ਿਤ ਹੋਈਆਂ ਹਨ। ਇਹਨਾਂ ਲਿਖਤਾਂ ਨੂੰ ਸਮੁੱਚੇ ਪੰਜਾਬੀ ਜਗਤ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਮੰਚ ਦੇ ਦਰਜਨ ਦੇ ਕਰੀਬ ਮੈਂਬਰਾਂ ਨੇ ਨਾਵਲ ਲਿਖੇ ਹਨ। ਉਹਨਾਂ ਵੱਲੋਂ ਲਿਖੇ ਨਾਵਲਾਂ ਦੀ ਗਿਣਤੀ 55 ਕੁ ਦੇ ਨੇੜੇ-ਤੇੜੇ ਹੈ। ਨਾਵਲ ਲਿਖਣ ਵਾਲੇ ਲੇਖਕਾਂ ਵਿੱਚ ਗਿਆਨੀ ਕੇਸਰ ਸਿੰਘ ਨੋਵਲਿਸਟ, ਜਰਨੈਲ ਸਿੰਘ ਸੇਖਾਂ, ਨਦੀਮ ਪਰਮਾਰ, ਨਛੱਤਰ ਬਰਾੜ, ਨਛੱਤਰ ਗਿੱਲ, ਅਮਰਜੀਤ ਚਾਹਲ, ਸਾਧੂ ਬਿਨਿੰਗ, ਰਾਜਵੰਤ ਰਾਜ, ਹਰਪ੍ਰੀਤ ਸੇਖਾ, ਬਖਸ਼ਿੰਦਰ, ਸੁਸ਼ੀਲ ਕੌਰ, ਫੌਜ਼ੀਆ ਰਫੀਕ ਅਤੇ ਅਮਰਜੀਤ ਸੂਫੀ ਸ਼ਾਮਲ ਹਨ। ਪੰਜਾਬੀ ਲੇਖਕ ਮੰਚ ਵੈਨਕੂਵਰ ਨਾਲ ਜੁੜੇ ਕਹਾਣੀਕਾਰਾਂ ਦੇ ਹੁਣ ਤੱਕ 30 ਦੇ ਕਰੀਬ ਕਹਾਣੀ ਸੰਗ੍ਰਹਿ ਛਪ ਚੁੱਕੇ ਨੇ। ਇਹਨਾਂ ਦੀਆਂ ਕਹਾਣੀਆਂ ਵਿੱਚ ਸਾਡੀ ਇੱਥੋਂ ਦੀ ਮੁਸ਼ੱਕਤ ਭਰੀ ਜ਼ਿੰਦਗੀ, ਫਾਰਮ ਵਰਕਰਜ਼ ਨੂੰ ਦਰਪੇਸ਼ ਮੁਸ਼ਕਲਾਂ, ਨਸਲਵਾਦ, ਔਰਤਾਂ ਤੇ ਹੁੰਦੇ ਤਸ਼ੱਦਦ, ਕੰਮਾਂ ਤੇ ਹੁੰਦੇ ਆਰਥਿਕ ਤੇ ਸਮਾਜਿਕ ਵਿਤਕਰੇ, ਰਿਸ਼ਤਿਆਂ ਦੀ ਟੁੱਟ ਭੱਜ, ਪੀੜੀ ਪਾੜਾ, ਕਾਗਜ਼ੀ ਵਿਆਹ, ਮਨੁੱਖੀ ਤਸਕਰੀ ਤੇ ਹੋਰ ਕਿੰਨੇ ਕੁਝ ਦਾ ਵਰਣਨ ਪੜ੍ਹਨ ਨੂੰ ਮਿਲਦਾ ਹੈ। 17ਵੇਂ ਵਿੱਚ ਹੀ ਪੰਜਾਬੀ ਪ੍ਰਵਾਸੀ ਕਹਾਣੀ ਦਾ ਪੰਜਾਬ ਦੀਆਂ ਯੂਨੀਵਰਸਿਟੀਆਂ ਵਿੱਚ ਨੋਟਿਸ ਲਿਆ ਜਾਣ ਲੱਗ ਪਿਆ ਸੀ, ਜਦੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਤਤਕਾਲੀ ਵਾਈਸ ਚਾਂਸਲਰ ਡਾਕਟਰ SP ਸਿੰਘ ਨੇ ਪ੍ਰਵਾਸੀ ਕਹਾਣੀ ਦਾ ਸਭ ਤੋਂ ਪਹਿਲਾ ਸੰਗ੍ਰਹਿ ਪ੍ਰਕਾਸ਼ਿਤ ਕੀਤਾ, ਜਿਸ ਵਿੱਚ ਉਹਨਾਂ ਮੰਚ ਦੇ 2 ਮੈਂਬਰਾਂ ਦੀਆਂ ਕਹਾਣੀਆਂ, ਅਮਰਜੀਤ ਚਾਹਲ ਦੀ ਕਹਾਣੀ ਮੁਖੜਾ ਚੰਨ ਵਰਗਾ ਤੇ ਸੁਰਜੀਤ ਕਲਸੀ ਦੀ ਕਹਾਣੀ ਦੁਖਵਾ ਕਾਸੇ ਕਹੂੰ ਸ਼ਾਮਲ ਕੀਤੀਆਂ। ਪੰਜਾਬੀ ਲੇਖਕ ਮੰਚ ਨੇ ਸਨ 2002 ਵਿੱਚ ਮੈਂਬਰਾਂ ਦੀਆਂ ਕਹਾਣੀਆਂ ਦਾ ਇੱਕ ਸੰਗ੍ਰਹਿ ਮੰਚ ਕਥਾ ਪ੍ਰਕਾਸ਼ਿਤ ਕੀਤਾ, ਜਿਸ ਵਿੱਚ 19 ਕਹਾਣੀਆਂ ਸ਼ਾਮਲ ਹਨ। ਪੰਜਾਬੀ ਲੇਖਕ ਮੰਚ ਦੇ ਮੈਂਬਰਾਂ ਨੇ ਦਰਜਨ ਦੇ ਕਰੀਬ ਨਾਟਕਾਂ ਦੀਆਂ ਪੁਸਤਕਾਂ ਲਿਖੀਆਂ ਹਨ।
ਨਾਟਕਾਂ ਦੀਆਂ ਪੁਸਤਕਾਂ ਤੋਂ ਬਿਨਾਂ ਕਿੰਨੇ ਹੀ ਨਾਟਕ ਅਜਿਹੇ ਹਨ ਜੋ ਸਟੇਜ ਤੇ ਖੇਡੇ ਤਾਂ ਗਏ ਪਰ ਪੁਸਤਕਾਂ ਦਾ ਹਿੱਸਾ ਨਹੀਂ ਬਣੇ। ਨਾਟਕ ਲਿਖਣ ਵਾਲੇ ਲੇਖਕਾਂ ਵਿੱਚ ਅਜਮੇਰ ਰੋਡੇ, ਸੁਰਜੀਤ ਕਲਸੀ, ਸਾਧੂ ਬਨਿੰਗ, ਸੁਖਵੰਤ ਹੁੰਦਲ, ਪਰਮਿੰਦਰ ਸਵੈਟ, ਡਾਕਟਰ ਸਾਧੂ ਸਿੰਘ ਅਤੇ ਡਾਕਟਰ ਰਾਜਵੰਤ ਕੌਰ ਮਾਨ ਦੇ ਨਾਮ ਸ਼ਾਮਲ ਹਨ। ਇਹਨਾਂ ਵਿੱਚੋਂ ਬਹੁਗਿਣਤੀ ਨਾਟਕ ਕੈਨੇਡਾ ਵਿੱਚ ਪੰਜਾਬੀਆਂ ਭਾਰਤੀਆਂ ਦੇ ਜੀਵਨ ਨਾਲ ਸੰਬੰਧਿਤ ਹਨ। ਇਹਨਾਂ ਨਾਟਕਾਂ ਵਿੱਚ ਕੰਮਾਂ ਤੇ ਵਰਕਰਾਂ ਨੂੰ ਆਉਂਦੀਆਂ ਮੁਸ਼ਕਲਾਂ, ਔਰਤਾਂ ਤੇ ਹੁੰਦੇ ਘਰੇਲੂ ਤਸ਼ੱਦਦ, ਭਰੂਣ ਹੱਤਿਆ ਅਤੇ ਸਮਾਜ ਵਿੱਚ ਔਰਤਾਂ ਨੂੰ ਦਰਪੇਸ਼ ਆਉਂਦੀਆਂ ਮੁਸ਼ਕਲਾਂ, ਸਮਾਜ ਵਿੱਚ ਬਜ਼ੁਰਗਾਂ ਦੀਆਂ ਸਮੱਸਿਆਵਾਂ, ਇਮੀਗ੍ਰੇਸ਼ਨ ਨਾਲ ਸੰਬੰਧਿਤ ਸਮੱਸਿਆਵਾਂ, ਸੱਭਿਆਚਾਰਕ ਵਖਰੇਵੇਂ ਕਾਰਨ ਮਾਪਿਆਂ ਅਤੇ ਬੱਚਿਆਂ ਵਿਚਕਾਰ ਪੈਦਾ ਹੁੰਦੇ ਤਣਾਅ, ਸਮਾਜ ਵਿੱਚ ਪ੍ਰਚਲਿਤ ਵਹਿਮ ਭਰਮ ਆਦਿ ਵਿਸ਼ਿਆਂ ਬਾਰੇ ਗੱਲ ਕੀਤੀ ਗਈ ਹੈ। ਇਹਨਾਂ ਨਾਟਕਾਂ ਦਾ ਮੰਚਨ ਪੰਜਾਬੀ ਲਿਟਰੇਰੀ ਐਸੋਸੀਏਸ਼ਨ, ਵਤਨੋਦੂਰ ਆਰਟ ਫਾਊਂਡੇਸ਼ਨ, ਵੈਨਕੂਵਰ ਸੱਤ, ਇਪਾਨਾ, ਬੈਟਰਡ ਵੂਮਨ ਸਪੋਰਟ ਸਰਵਿਸਿਜ਼, ਸਮਾਨਤਾ ਤਰਕਸ਼ੀਲ ਸੁਸਾਇਟੀ ਅਤੇ ਗੁਰਦੀਪ ਆਰਟਸ ਅਕੈਡਮੀ ਵੱਲੋਂ ਵੱਖ-ਵੱਖ ਸਮਿਆਂ ਤੇ ਕੀਤਾ ਗਿਆ। ਪੰਜਾਬੀ ਲਿਟਰੇਰੀ ਐਸੋਸੀਏਸ਼ਨ ਨੇ ਪਹਿਲਾ ਕਵੀ ਦਰਬਾਰ 1 ਮਈ 1976 ਨੂੰ ਵੈਨਕੂਵਰ ਵਿੱਚ ਕਰਵਾਇਆ। ਇਸ ਕਵੀ ਦਰਬਾਰ ਵਿੱਚ ਸੁਰਿੰਦਰ ਤੰਜਲ, ਗਿਲ ਮੋਰਾਵਾਲੀ, ਅਜਮੇਰ ਰੋਡੇ, ਗੁਰੂਮੇਲ, ਸਾਧੂ ਬਨਿੰਗ, ਸੁਰਜੀਤ ਕਲਸੀ, ਕਰਮ ਸਿੰਘ, ਸਰਵਣ ਧਾਲੀਵਾਲ, ਚਰਨ ਪਲਾਹੀ, ਗੁਰਚਰਨ ਰਾਮਪੁਰੀ, ਸੁਖਮਿੰਦਰ ਸਿੰਘ, ਅਮਰੀਕ ਪਲਾਹੀ, ਅਨੋਖ ਸਿੰਘ ਆਦਮੀ, ਜਥੇਦਾਰ ਮੂਲਾ ਸਿੰਘ, ਬਖਸ਼ੀਸ਼ ਢਿੱਲੋਂ ਅਤੇ ਦਿਲਜੀਤ ਕਲਿਆਣਪੁਰੀ ਨੇ ਕਵਿਤਾਵਾਂ ਪੜ੍ਹੀਆਂ। ਇਸ ਕਵੀ ਦਰਬਾਰ ਵਿੱਚ ਪੰਜਾਬੀ ਦੀਆਂ ਪੁਸਤਕਾਂ, ਪੰਜਾਬੀ ਮੈਗਜ਼ੀਨਾਂ ਅਤੇ ਪੰਜਾਬੀ ਦੇ ਕੁਝ ਪ੍ਰਸਿੱਧ ਸਾਹਿਤਕਾਰਾਂ ਦੀਆਂ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਪੰਜਾਬੀ ਲਿਟਰੇਰੀ ਐਸੋਸੀਏਸ਼ਨ ਦਾ ਦੂਜਾ ਕਵੀ ਦਰਬਾਰ ਭਾਰਤ ਤੋਂ ਕੈਨੇਡਾ ਦੀ ਫੇਰੀ ਤੇ ਆਏ ਪੰਜਾਬੀ ਦੇ ਵਿਦਵਾਨ ਕਵੀ ਤੇ ਆਲੋਚਕ ਡਾਕਟਰ ਹਰਭਜਨ ਸਿੰਘ ਦੇ ਸਨਮਾਨ ਵਿੱਚ 11 ਸਤੰਬਰ 1976 ਨੂੰ ਕੀਤਾ ਗਿਆ। ਇਸ ਕਵੀ ਦਰਬਾਰ ਵਿੱਚ ਡਾਕਟਰ ਹਰਭਜਨ ਸਿੰਘ ਤੋਂ ਬਿਨਾਂ ਗੁਰਚਰਨ ਰਾਮਪੁਰੀ, ਗੁਰੂਮੇਲ, ਸੁਰਿੰਦਰ ਤੰਜਲ, ਅਜਮੇਰ ਰੋਡੇ, ਸੁਰਜੀਤ ਕਲਸੀ, ਗਿਲ ਮੋਰਾਵਾਲੀ, ਕਰਮ ਸਿੰਘ, ਦਰਸ਼ਨ ਬੈਂਸ, ਜਗਦੀਸ਼ ਕੌਰ ਅਤੇ ਬਲਵੀਰ ਭੰਗੂ ਨੇ ਹਿੱਸਾ ਲਿਆ। ਇਸ ਮੌਕੇ ਪੁਸਤਕਾਂ ਦੀ ਨੁਮਾਇਸ਼ ਵੀ ਲਾਈ ਗਈ। ਪੰਜਾਬੀ ਲੇਖਕ ਮੰਚ ਦੀ 50ਵੀਂ ਵਰ੍ਹੇਗੰਢ ਦੇ ਮੌਕੇ ਤੇ ਉਹਨਾਂ ਮੈਂਬਰਾਂ ਨੂੰ ਵੀ ਯਾਦ ਕੀਤਾ ਗਿਆ ਜੋ ਹੁਣ ਇਸ ਦੁਨੀਆ ਵਿੱਚ ਨਹੀਂ ਹਨ। ਓਮ ਪ੍ਰਕਾਸ਼ ਸ਼ਰਮਾ, ਅਮਨਪਾਲ ਸਾਰਾ, ਅਮਰਜੀਤ ਸੂਫੀ, ਅਮਰ ਸਿੰਘ ਬੈਨੀਪਾਲ, ਸੁਸ਼ੀਲ ਕੌਰ, ਸੁਰਿੰਦਰ ਕੌਰ ਸਹੋਤਾ, ਹਰਦੇਵ ਵੜੈਚ, ਕਰਮ ਸਿੰਘ ਧਨਵੰਤ, ਕਰਮਜੀਤ ਗਰੇਵਾਲ, ਗੁਰਮੀਤ ਛਿੰਨਾ, ਗੁਰਮੇਲ, ਚਰਨਪਾਲ ਗਿੱਲ, ਜੀਵਨ ਰਾਮਪੁਰੀ, ਜਸਵਿੰਦਰ ਕੌਰ ਗਿੱਲ, ਜੋਗਿੰਦਰ ਸ਼ਮਸ਼ੇਰ, ਦਰਸ਼ਨ ਗਿੱਲ, ਨਛੱਤਰ ਸਿੰਘ ਬਰਾੜ, ਨਰਿੰਜਨ ਸਿੰਘ ਮਾਨ, ਬਰਜਿੰਦਰ ਦਰਜ, ਬਲਬੀਰ ਸਿੰਘ ਪੰਗੂ, ਮੇਹਰ ਸਿੰਘ ਸੰਧੂ ਅਤੇ ਮੋਤਾ ਸਿੰਘ ਗਰੇਵਾਲ ਦਾ ਘਾਟਾ ਮਹਿਸੂਸ ਕੀਤਾ ਗਿਆ। ਪਰ ਮੰਚ ਦੀਆਂ ਮੀਟਿੰਗਾਂ ਵਿੱਚ ਉਹਨਾਂ ਵੱਲੋਂ ਪੜ੍ਹੀਆਂ ਰਚਨਾਵਾਂ, ਦੂਸਰੇ ਲੇਖਕਾਂ ਦੀਆਂ ਰਚਨਾਵਾਂ ਤੇ ਕੀਤੀਆਂ ਟਿੱਪਣੀਆਂ ਅਤੇ ਹੋਰ ਸਾਹਿਤਕ ਸਰਗਰਮੀਆਂ ਵਿੱਚ ਕੀਤੀ ਸ਼ਮੂਲੀਅਤ ਦੀਆਂ ਯਾਦਾਂ ਮੈਂਬਰਾਂ ਦੇ ਦਿਲਾਂ ਵਿੱਚ ਤਾਜ਼ਾ ਹਨ। ਇਸ ਵਾਰ 22, 23 ਅਤੇ 24 ਸਤੰਬਰ 2023 ਨੂੰ ਪੰਜਾਬੀ ਲੇਖਕ ਮੰਚ ਵੈਨਕੂਵਰ ਨੂੰ ਸਥਾਪਿਤ ਹੋਇਆ 50 ਵਰ੍ਹੇ ਮੁਕੰਮਲ ਹੋਣ ਤੇ 3 ਦਿਨਾਂ ਸਮਾਗਮ ਦਾ ਆਯੋਜਨ ਕੀਤਾ ਗਿਆ। ਪਹਿਲੇ ਦਿਨ ਦੇ ਸਵੇਰ ਵਾਲੇ ਸੈਸ਼ਨ ਦਾ ਸੰਚਾਲਨ ਸੁਖਵੰਤ ਹੁੰਦਲ ਹੋਰਾਂ ਨੇ ਕੀਤਾ, ਜਿਸ ਵਿੱਚ ਮੰਚ ਦੇ ਸੀਨੀਅਰ ਮੈਂਬਰਾਂ ਨੇ ਸੰਸਥਾ ਦੇ ਲੰਬੇ ਇਤਿਹਾਸ ਬਾਰੇ ਆਪਣੇ ਵਿਚਾਰ ਵਿਸਤਾਰ ਨਾਲ ਸਾਂਝੇ ਕੀਤੇ। ਸਾਧੂ ਬਨਿੰਗ ਅਤੇ ਜਰਨੈਲ ਸਿੰਘ ਸੇਖਾ ਹੋਰਾਂ ਨੇ ਮੰਚ ਦੁਆਰਾ ਸਾਹਿਤ, ਭਾਸ਼ਾ ਤੇ ਸੱਭਿਆਚਾਰ ਸੰਬੰਧੀ ਪਾਏ ਗਏ ਯੋਗਦਾਨ ਦੀ ਜਾਣਕਾਰੀ ਦਿੱਤੀ। ਸੁਰਜੀਤ ਕਲਸੀ ਜੀ ਨੇ ਮੰਚ ਵੱਲੋਂ ਸਮਾਜ ਨੂੰ ਦਿੱਤੀ ਗਈ ਸੇਧ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ। ਪਹਿਲੇ ਦਿਨ ਦੇ ਦੂਸਰੇ ਸੈਸ਼ਨ ਦੌਰਾਨ ਆਨਲਾਈਨ ਪ੍ਰਕਾਸ਼ਨ ਉੱਪਰ ਵਿਚਾਰ ਚਰਚਾ ਕੀਤੀ ਗਈ। ਸੁਖਵੰਤ ਹੁੰਦਲ ਨੇ ਵੱਖ-ਵੱਖ ਤਰ੍ਹਾਂ ਦੇ ਆਨਲਾਈਨ ਪ੍ਰਕਾਸ਼ਨਾਂ ਉੱਪਰ ਵਿਸਥਾਰਿਤ ਪੇਪਰ ਪੜ੍ਹਿਆ ਅਤੇ ਅਜਮੇਰ ਰੋਡੇ ਜੀ ਨੇ ਆਰਟੀਫੀਸ਼ੀਅਲ ਇੰਟੈਲੀਜੈਂਸ ਸੰਬੰਧੀ ਭਰਪੂਰ ਜਾਣਕਾਰੀ ਦਿੱਤੀ। ਇਸ ਸੈਸ਼ਨ ਦਾ ਸੰਚਾਲਨ ਜਰਨੈਲ ਸਿੰਘ ਆਰਟਿਸਟ ਨੇ ਕੀਤਾ, ਜਿਸ ਦੌਰਾਨ ਹਾਜ਼ਰੀਨ ਵੱਲੋਂ ਵੀ ਕਈ ਪ੍ਰਸ਼ਨ ਪੁੱਛੇ ਗਏ ਤੇ ਉਹਨਾਂ ਪ੍ਰਸ਼ਨਾਂ ਦੇ ਉੱਤਰ ਬਹੁਤ ਹੀ ਸਪਸ਼ਟਤਾ ਨਾਲ ਮਾਹਰਾਂ ਵੱਲੋਂ ਦਿੱਤੇ ਗਏ। ਦੂਸਰੇ ਦਿਨ ਦੇ ਪਹਿਲੇ ਸੈਸ਼ਨ ਦਾ ਸੰਚਾਲਨ ਪ੍ਰੀਤ ਮਨਪ੍ਰੀਤ ਹੋਰਾਂ ਨੇ ਕੀਤਾ, ਜਿਸ ਵਿੱਚ 3 ਨੌਜਵਾਨ ਲੇਖਕਾਂ ਨੂੰ ਹਾਜ਼ਰੀਨ ਦੇ ਰੂਬਰੂ ਕੀਤਾ ਗਿਆ। ਇਹਨਾਂ ਤਿੰਨਾਂ ਨੌਜਵਾਨ ਲੇਖਕਾਂ ਜਸ਼ਨਪ੍ਰੀਤ, ਅਰਸ਼ਦੀਪ ਤੇ ਪ੍ਰੇਮਦੀਪ ਨੇ ਸਾਹਿਤ ਨਾਲ ਆਪਣੀ ਜਾਣ ਪਛਾਣ ਬਾਰੇ ਹਾਜ਼ਰੀਨ ਵੱਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਬਹੁਤ ਸਲੀਕੇ ਅਤੇ ਸੰਜਮ ਨਾਲ ਦਿੱਤੇ। ਮੰਚ ਵੱਲੋਂ ਕੀਤੇ ਗਏ ਇਸ ਨਿਵੇਕਲੀ ਕਿਸਮ ਦੇ ਉਪਰਾਲੇ ਦੇ ਮੌਕੇ ਤੇ ਹਾਜ਼ਰ ਸਾਹਿਤ ਪ੍ਰੇਮੀਆਂ ਨੇ ਬਹੁਤ ਸ਼ਲਾਘਾ ਕੀਤੀ। ਦੂਸਰੇ ਦਿਨ ਦੇ ਦੁਪਹਿਰ ਤੋਂ ਬਾਅਦ ਵਾਲੇ ਸੈਸ਼ਨ ਵਿੱਚ ਸਾਹਿਤ ਦੇ ਹੋਰ ਕਲਾਵਾਂ ਨਾਲ ਸੰਬੰਧਾਂ ਬਾਰੇ ਚਰਚਾ ਕੀਤੀ ਗਈ। ਇਸ ਸੈਸ਼ਨ ਦਾ ਸੰਚਾਲਨ ਪ੍ਰਸਿੱਧ ਚਿੱਤਰਕਾਰ ਜਰਨੈਲ ਸਿੰਘ ਆਰਟਿਸਟ ਦੁਆਰਾ ਕੀਤਾ ਗਿਆ। ਇਸ ਸੈਸ਼ਨ ਵਿੱਚ ਆਰਟਿਸਟ ਬਿੰਦੂ ਮੁਠਾੜੂ ਤੇ ਰੁਪਿੰਦਰ ਔਲਖ ਤੋਂ ਇਲਾਵਾ ਪ੍ਰਸਿੱਧ ਬੁੱਤ ਤਰਾਸ਼ ਚਰਨਜੀਤ ਜੈਤੋ ਹੋਰਾਂ ਨੇ ਵੀ ਵਿਜ਼ੂਅਲ ਆਰਟਸ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਦੌਰਾਨ ਹਾਜ਼ਰੀਨ ਵੱਲੋਂ ਵੀ ਇਸ ਵਿਸ਼ੇ ਉੱਪਰ ਆਪਣੇ ਪ੍ਰਸ਼ਨ ਤੇ ਸ਼ੰਕੇ ਵਿਸਥਾਰ ਨਾਲ ਪ੍ਰਗਟ ਕੀਤੇ ਗਏ। ਤੀਸਰੇ ਦਿਨ ਸ਼ਾਮ ਕਰੀਬ 5 ਵਜੇ ਇੱਕ ਸ਼ਾਨਦਾਰ ਕਵੀ ਦਰਬਾਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਹਾਜ਼ਰ ਹਰ ਇੱਕ ਕਵੀ ਨੂੰ ਆਪਣੀ ਇੱਕ ਰਚਨਾ ਪੇਸ਼ ਕਰਨ ਦਾ ਮੌਕਾ ਦਿੱਤਾ ਗਿਆ।
ਕਰੀਬ 30 ਕਵੀਆਂ ਨੇ ਆਪਣੀ ਆਪਣੀ ਰਚਨਾਵਾਂ ਸੁਣਾ ਕੇ ਹਾਜ਼ਰੀਨ ਤੋਂ ਵਾਹਵਾ ਖੱਟੀ। ਇਹ ਕਵੀ ਦਰਬਾਰ ਇਸ ਸਮਾਗਮ ਦਾ ਸਿਖਰ ਹੋ ਉਪੜਿਆ। ਇਸ ਦਾ ਸੰਚਾਲਨ ਪ੍ਰਸਿੱਧ ਕਵਿਤਰੀ ਸੁਰਜੀਤ ਕਲਸੀ ਜੀ ਅਤੇ ਅਮਨ ਸੀ ਸਿੰਘ ਦੁਆਰਾ ਬਹੁਤ ਹੀ ਵਧੀਆ ਢੰਗ ਨਾਲ ਕੀਤਾ ਗਿਆ। ਇਸ ਮੌਕੇ ਮੰਚ ਦੇ ਮੈਂਬਰਾਂ ਵੱਲੋਂ ਰਚਿਤ ਪੁਸਤਕਾਂ ਅਤੇ ਪੇਂਟਿੰਗਾਂ ਨੂੰ ਪ੍ਰਦਰਸ਼ਿਤ ਕੀਤਾ ਗਿਆ। ਇਸ ਤਰ੍ਹਾਂ ਇਹ ਸਮਾਗਮ ਰਾਤ ਦੇ ਖਾਣੇ ਤੋਂ ਬਾਅਦ ਦੇਰ ਸ਼ਾਮ ਆਪਣੀ ਸਮਾਪਤੀ ਨੂੰ ਪਹੁੰਚਿਆ।